ਤਲੋਚਨ ਸਿੰਘ ਜੀ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ, ਇਹਦੇ ਵਿੱਚ ਕਈ ਹੈਰਾਨੀਜਨਕ ਪਰਤਾਂ ਖੁੱਲ੍ਹ ਰਹੀਆਂ ਨੇ ਤੇ ਜਿਹੜਾ ਮੁਲਜ਼ਮ ਹੈ ਉਹਦਾ ਕੋਈ ਡੇਟਾਬੇਸ ਦੇ ਵਿੱਚ ਕੋਈ ਫਿੰਗਰਪ੍ਰਿੰਟ ਰਿਕਾਰਡ ਹੈ ਹੀ ਨਹੀਂ। ਸੋ ਇਹ ਜਿਹੜਾ ਆਧਾਰ ਕਾਰਡ ਕਰਦੀ ਹੈ ਸਰਕਾਰ, ਉਹਦਾ ਫਾਇਦਾ ਕੀ ਹੈ ਫਿਰ? ਬਸ ਜੀ, ਇੱਕ ਗੱਲ ਤੇ ਵੱਡੀ ਇਹ ਬਾਹਰ ਆਈ ਹੈ ਵੀ ਭਾਰਤ ਸਰਕਾਰ ਨੇ ਵੀ ਇਹ ਗੱਲ ਕਬੂਲ ਲਈ ਹੈ ਵੀ ਇਹ ਬਹੁਤ ਵੱਡੀ ਕੋਈ ਸਾਜ਼ਿਸ਼ ਸੀ। ਸ਼ਾਇਦ ਇਸ ਸਾਜ਼ਿਸ਼ ਰਾਹੀਂ ਪੰਜਾਬ ਵਿੱਚ ਕਿਸੇ ਢੰਗ ਨਾਲ ਹਾਲਾਤ ਖਰਾਬ ਕਰਨ ਜਾਂ ਕੁਝ ਫਿਰਕਿਆਂ ਵਿੱਚ ਵਿੱਥ ਪਾਉਣ ਦਾ ਯਤਨ ਕੀਤਾ ਸੀ। ਔਰ ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਸਰਕਾਰ ਲਈ ਅਲਰਟ ਜਾਰੀ ਕੀਤਾ ਹੈ ਔਰ ਇਹ ਸੰਕੇਤ ਦਿੱਤੇ ਨੇ ਵੀ ਧਾਰਮਿਕ ਅਸਥਾਨਾਂ ਵਿੱਚ ਅਜਿਹੀਆਂ ਘਟਨਾਵਾਂ ਕਰਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੀਆਂ ਕੋਈ ਤਾਕਤਾਂ ਸਰਗਰਮ ਨੇ, ਜਿਹਦੇ ਲਈ ਖਾਸ ਕਰਕੇ ਧਾਰਮਿਕ ਅਸਥਾਨਾਂ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਔਰ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਦੱਸੀ ਹੈ ਜਿਹੜੇ ਉੱਥੇ ਦਰਬਾਰ ਸਾਹਿਬ ਦੇ ਅੰਦਰ 200 ਦੇ ਕਰੀਬ ਕੈਮਰੇ ਲੱਗੇ ਨੇ ਔਰ ਦਰਬਾਰ ਸਾਹਿਬ ਦੇ ਬਾਹਰ ਵੀ ਵੱਡੀ ਗਿਣਤੀ 'ਚ CCTV ਕੈਮਰੇ ਲੱਗੇ ਨੇ। ਉਹਦੀ ਜਿਹੜੀ ਉਹਨਾਂ ਨੇ ਖੰਗਾਲੀ ਹੈ, ਰਿਪੋਰਟ ਪੜਤਾਲ ਤਿਆਰ ਕੀਤੀ ਹੈ, ਉਹਦੇ ਵਿੱਚੋਂ ਬਹੁਤ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ। ਔਰ ਧਾਮੀ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਹ ਸਾਰੀ ਜਿਹੜੀ ਜੋਤ ਕੁਛ ਅਸੀਂ ਹੁਣ ਵਾਚਿਆ ਘੋਖਿਆ, ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਵਿਅਕਤੀ ਜਿਹੜਾ ਆਇਆ ਸੀ ਬੇਅਦਬੀ ਕਰਨ, ਇਹ ਕਮਾਂਡੋ ਦੀ ਟ੍ਰੇਨਿੰਗ ਲੈ ਕੇ ਆਇਆ ਲੱਗਦਾ ਹੈ। ਉਹਨਾਂ ਨੇ ਦੱਸਿਆ ਵੀ ਰਿਕਾਰਡਿੰਗ ਮੁਤਾਬਕ 18 ਦਸੰਬਰ ਨੂੰ ਸਵੇਰੇ, ਸੇਮ ਉਹੀ ਦਿਨ ਜਿਹੜੇ ਦਿਨ ਘਟਨਾ ਵਾਪਰੀ ਹੈ, 8:30 ਵਜੇ ਇਸ ਵਿਅਕਤੀ ਨੂੰ ਹੈਰੀਟੇਜ ਸਟਰੀਟ ਰਾਹੀਂ, ਜਿਹੜਾ ਮੇਨ ਰਸਤਾ ਹੈ ਵਾਸੂ ਜੀ ਦਰਬਾਰ ਸਾਹਿਬ ਜਾਣ ਵਾਲਾ ਜਲ੍ਹਿਆਂਵਾਲੇ ਬਾਗ ਵੱਲੋਂ, ਉਧਰੋਂ ਉਹਨੂੰ ਹਰਿਮੰਦਰ ਸਾਹਿਬ ਜਾਂਦਿਆਂ ਦੇਖਿਆ ਗਿਆ ਤੇ ਉਹ ਘੰਟਾ ਘਰ ਦੇ ਦਰਵਾਜ਼ੇ ਰਾਹੀਂ ਅੰਦਰ ਵੜਨ ਦਾ ਉਹਨੇ ਯਤਨ ਕੀਤਾ 8:30 ਵਜੇ ਦੇ ਕਰੀਬ ਸਵੇਰੇ। ਪਰ ਉਹਦੀਆਂ ਕੁਝ ਸ਼ੱਕੀ ਹਰਕਤਾਂ ਨੂੰ ਦੇਖਦਿਆਂ ਸੇਵਾਦਾਰਾਂ ਨੇ ਉਹਨੂੰ ਉੱਥੇ ਰੋਕ ਦਿੱਤਾ। ਫਿਰ CCTV ਕੈਮਰਿਆਂ 'ਚ ਇਹ ਗੱਲ ਸਾਹਮਣੇ ਆਈ ਹੈ ਵੀ ਉੱਥੋਂ ਫਿਰ, ਕਿਉਂਕਿ ਉਹ ਪੂਰਾ ਭੇਤੀ ਲੱਗਦਾ ਸੀ, ਉਹਨੇ ਰੈਕੀ ਕੀਤੀ ਲੱਗਦੀ ਸੀ, ਉਹ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਚਲਾ ਗਿਆ ਔਰ ਉੱਥੇ 9:40 ਤੇ ਉਹ ਲੰਗਰ ਘਰ 'ਚ ਸ਼ਾਮਲ ਹੋਇਆ ਔਰ ਲੰਗਰ ਘਰ ਵਿੱਚ ਉਹਨੇ ਲੰਗਰ ਛਕਿਆ ਤੇ ਚਾਹ ਪੀਤੀ। ਔਰ ਇਹ ਲੰਗਰ ਛਕਣ ਤੋਂ ਬਾਅਦ ਉਹਨੂੰ ਸਵੇਰੇ 10:19 ਵਜੇ ਪਰਿਕਰਮਾ 'ਚ ਆਉਂਦਿਆਂ ਦੇਖਿਆ ਗਿਆ ਤੇ ਫਿਰ ਉਹਨੇ 10:34 ਤੇ ਸ਼੍ਰੀ ਹਰਿਮੰਦਰ ਸਾਹਿਬ ਜਾਣ ਦੀ ਅਟੈਂਪਟ ਕੀਤੀ, ਅੰਦਰ ਜਾਣ ਦਾ ਯਤਨ ਕੀਤਾ ਔਰ ਪਤਾ ਲੱਗਿਆ ਵੀ ਪਰ ਉਹਨੇ ਉੱਥੇ ਮੱਥਾ ਨਹੀਂ ਟੇਕਿਆ, ਉਹ ਗੇੜੀ ਜੀ ਲਾ ਕੇ ਉੱਥੋਂ ਆ ਗਿਆ। ਤੇ ਉੱਥੇ ਇਹ ਵੀ ਜਾਣਕਾਰੀ ਮਿਲੀ ਹੈ ਵੀ ਇਸ ਦੌਰਾਨ ਉਹ ਸ਼੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਤੇ ਤਕਰੀਬਨ 1 ਘੰਟਾ ਵਿਚਰਦਾ ਰਿਹਾ, ਬੈਠਾ ਰਿਹਾ ਔਰ ਸ਼ੱਕ ਇਹ ਜ਼ਾਹਰ ਕੀਤਾ ਜਾ ਰਿਹਾ ਵੀ ਉਹਨੇ ਸਾਰੀ ਰੈਕੀ ਕੀਤੀ ਉਸ ਦੌਰਾਨ ਵੀ ਕਿਹੜੇ ਢੰਗ ਨਾਲ ਉਹਨੇ ਜਾ ਕੇ ਤੇ ਬੇਅਦਬੀ ਕਰਨੀ ਹੈ। ਸੋ ਜੋ ਫਿਰ ਪਤਾ ਲੱਗਾ ਵੀ 11:45 ਤੇ ਉਹ ਫਿਰ ਬਾਹਰ ਨਿਕਲ ਆਇਆ 11:45 ਵਜੇ। ਉਸ ਤੋਂ ਬਾਅਦ ਫਿਰ ਜੋ ਜਾਣਕਾਰੀ ਮਿਲੀ ਵੀ ਉਹ 2:45 ਵਜੇ ਫਿਰ ਮੁੜ ਦਰਸ਼ਨੀ ਡਿਊਟੀ ਰਾਹੀਂ ਸ਼੍ਰੀ ਦਰਬਾਰ ਸਾਹਿਬ ਜਾਣ ਦਾ ਯਤਨ ਕਰ ਰਿਹਾ ਸੀ ਤੇ ਉਦੋਂ ਫਿਰ ਉਹਦੀ ਸ਼ੱਕੀ ਜਿਹੜੀ ਹਰਕਤਾਂ ਦੇਖ ਕੇ ਸ਼ਰਧਾਲੂਆਂ ਨੇ ਤੇ ਸੇਵਾਦਾਰਾਂ ਨੇ ਉਹਨੂੰ ਪਿੱਛੇ ਕਰ ਦਿੱਤਾ। ਪਰ ਉਸ ਤੋਂ ਬਾਅਦ ਉਹ ਸ਼ਾਮ ਨੂੰ ਜਦੋਂ ਘਟਨਾ ਵਾਪਰੀ ਹੈ ਉਦੋਂ ਉੱਥੇ ਜਾਣ 'ਚ ਕਾਮਯਾਬ ਹੋ ਗਿਆ। ਇਹ ਸਾਰੀ ਗੱਲ ਤੋਂ ਬੜਾ ਸਾਫ਼ ਸੰਕੇਤ ਮਿਲਦਾ, ਕਿਉਂਕਿ ਇੱਕ ਸ਼ੇਡ ਇਦਾਂ ਦੀ ਪੈ ਰਹੀ ਹੈ ਵੀ ਸ਼ਾਇਦ ਮਾਨਸਿਕ ਤੌਰ ਤੇ ਪਰੇਸ਼ਾਨ ਬੰਦਾ ਇਦਾਂ ਦਾ ਕੰਮ ਕਰ ਸਕਦਾ। ਪਹਿਲੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਪਰ ਇਹ ਸਾਰੀ ਗੱਲ ਤੋਂ ਲੱਗਦਾ ਹੈ ਵੀ ਉਹਦਾ ਟਾਰਗੇਟ ਕੁਝ ਹੋਰ ਸੀ, ਕਿਉਂਕਿ ਜਿਹੜੀ ਅਗਲੀ ਗੱਲ ਆਈ, ਭਾਵੇਂ ਉਹਦੇ ਵਿਰੁੱਧ ਉਹ ਮਰ ਗਿਆ, ਉਹਨੂੰ ਉੱਥੇ ਹੀ ਉਹਦਾ ਮਰਡਰ ਹੋ ਗਿਆ, 295A ਤੇ 307 ਤਹਿਤ ਕੇਸ ਵੀ ਦਰਜ ਕੀਤਾ ਵੀ ਉਹਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਰਾਦਾ ਕਤਲ ਦਾ ਵੀ ਉਹਨੇ ਉੱਥੇ ਕਤਲ ਕਰਨ ਦਾ ਯਤਨ ਕੀਤਾ। ਔਰ 11 ਵਜੇ ਉਹਨੇ ਐਂਟਰੀ ਕੀਤੀ ਤੇ 7 ਘੰਟੇ ਉਹ ਇਸ ਤਰ੍ਹਾਂ ਘੁੰਮਦਾ ਰਿਹਾ। ਔਰ ਵੱਡੀ ਗੱਲ ਜਿਹੜੀ ਸਾਹਮਣੇ ਆਈ ਵੀ ਜਿਹੜਾ ਉਹਨੇ ਜਾਂਦੇ ਜਦੋਂ ਉਹਨੇ ਜੰਗਲੇ ਤੋਂ ਛਾਲ ਮਾਰੀ ਤੇ ਉਹਦਾ ਜਿਵੇਂ ਉਹਨੇ ਟ੍ਰੇਨਿੰਗ ਲਈ ਸੀ ਵੀ
ਜਿਹੜੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿਰਪਾਨ ਪਈ ਹੁੰਦੀ ਵੀ ਉਹਨੂੰ ਕਿਹੜੇ ਢੰਗ ਨਾਲ ਉਹਨੇ ਚੱਕਣਾ, ਕਿੰਨਾ ਜੰਪ ਮਾਰਨਾ, ਤੇ ਸਿੱਧਾ ਉੱਥੇ ਗਿਆ ਤੇ ਉੱਥੋਂ ਉਹਨੇ ਝਪਟ ਕੇ ਕਿਰਪਾਨ ਨੂੰ ਆਪਣੇ ਹੱਥ 'ਚ ਫੜ ਲਿਆ। ਸੋ ਇਹ ਸਾਰੀ ਗੱਲ ਤੋਂ ਇਹ ਤੇ ਐਸਟੈਬਲਿਸ਼ ਹੋ ਗਿਆ ਵੀ ਇਹ ਬਹੁਤ ਵੱਡੀ ਸਾਜ਼ਿਸ਼ ਸੀ। ਹੁਣ ਗੱਲ ਅਗਲੀ ਹੈ, ਸਾਜ਼ਿਸ਼ ਦਾ ਇੱਕ ਪਾਰਟ ਇਹ ਵੀ ਲੱਗਦਾ ਹੈ ਵੀ ਕੋਈ ਸਧਾਰਨ ਬੰਦਾ ਜੇ ਕਿਤੇ ਵਕਤੀ ਤੌਰ ਤੇ ਜਾਂ ਕਿਤੇ ਮਾਨਸਿਕ ਤੌਰ ਤੇ ਇਹੋ ਜੀ ਗੱਲ ਕਰਦਾ ਤੇ ਉਹਦੀ ਜੇਬ 'ਚ ਘੱਟੋ ਘੱਟ ਮੋਬਾਈਲ ਤੇ ਸਾਰਿਆਂ ਕੋਲ ਹੁੰਦਾ। ਕੋਈ ਮੋਬਾਈਲ ਨਹੀਂ ਸੀ, ਕੋਈ ਪਰਸ ਨਹੀਂ ਸੀ, ਕੋਈ ਪਛਾਣ ਪੱਤਰ ਉਹਦੇ ਜੇਬ ਵਿੱਚੋਂ ਕਾਰਡ ਵਗੈਰਾ ਨਹੀਂ ਮਿਲਿਆ। ਸੋ ਇਹ ਸਾਰੀ ਜਿਹੜੀ ਘਟਨਾ ਹੈ, ਇਸ ਦੌਰਾਨ ਜਿਹੜੀ ਵਾਸੂ ਜੀ ਅਹਿਮ ਗੱਲ ਸਾਹਮਣੇ ਆਈ ਹੈ, ਵੈਸੇ ਤੇ ਇਹ ਹੈ ਵੀ ਇੱਕ ਟਾਸਕ ਫੋਰਸ ਜਿਹੜੀ ਹੈ SGPC ਦੀ, ਉਹਨੇ ਤਕਰੀਬਨ ਫੈਸਲਾ ਕਰ ਲਿਆ ਵੀ ਉਹ ਇੱਕ ਖੁਫੀਆ ਵਿੰਗ ਵੀ ਆਪਣਾ ਬਣਾਊਗੀ। ਵੈਸੇ ਪੁਲਿਸ ਦਾ ਖੁਫੀਆ ਵਿੰਗ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਇਰਦ ਗਿਰਦ ਕਈ ਸਾਲਾਂ ਤੋਂ ਤੈਨਾਤ ਹੈ, ਪਰ ਇਹ ਹੈ ਵੀ ਉਹ ਟਾਸਕ ਫੋਰਸ ਜਿਹੜੀ ਹੈ ਹਰਮੰਦਰ ਆਪਣੇ ਕਮੇਟੀ ਦੀ, ਉਹ ਵੀ ਆਪਣਾ ਖੁਫੀਆ ਵਿੰਗ ਬਣਾਏਗੀ, ਜਿਹੜੀ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੇਗੀ, ਆਇਡੈਂਟੀਫਾਈ ਕਰੇਗੀ ਜੇ ਕੋਈ ਸ਼ੱਕੀ ਹੈ। ਕਿਉਂਕਿ ਇਹਦੇ ਵਿੱਚ ਇੱਕ ਗੱਲ ਤੇ ਸਾਹਮਣੇ ਆ ਗਈ ਵੀ ਜੇ 2-3 ਵਾਰ ਸੇਵਾਦਾਰਾਂ ਨੂੰ ਸ਼ੱਕੀ ਲੱਗਾ ਤੇ ਫਿਰ ਉਹ ਪੁਲਿਸ ਨੂੰ ਫੜਾ ਲੈਣਾ ਚਾਹੀਦਾ ਸੀ। ਕਿਉਂ ਨਹੀਂ ਫੜਾਇਆ? ਉਹਨੂੰ ਰੋਕ ਦੇਣਾ ਹੀ ਕੋਈ ਪੂਰਾ ਪ੍ਰੋਟੈਕਸ਼ਨ ਵਾਲੀ ਗੱਲ ਨਹੀਂ ਸੀ। ਸੋ ਹੁਣ ਇੱਕ ਹੋਰ ਜਿਹੜਾ ਉੱਥੇ ਪ੍ਰਬੰਧ ਕੀਤਾ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਸੱਚਖੰਡ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸੁਸ਼ੋਭਿਤ ਨੇ, ਉਹਦੇ ਨੇੜੇ ਤੇੜੇ 4 ਜਿਹੜੇ ਨੇ ਟਾਸਕ ਫੋਰਸ ਦੇ ਹੋਰ ਜਵਾਨ ਤੈਨਾਤ ਕਰਤੇ ਆ। ਪਰ ਜਿਹੜੀ ਗੱਲ ਮੈਂ ਹੁਣ ਕਰਨ ਲੱਗਾ ਵਾਸੋ ਜੀ, ਵੱਡੀ ਗੱਲ ਜਿਹੜੀ ਸਾਹਮਣੇ ਆਈ, ਜਿਹੜੇ 3 ਤੱਥ ਨੇ ਉਹ ਲੱਗਦਾ ਵੀ ਇਸ ਘਟਨਾ ਨਾਲ ਇਤਿਹਾਸ ਬਣ ਗਏ ਨੇ। ਪਹਿਲਾ ਤੇ ਇਹ ਵੀ ਜਦੋਂ ਉਹ ਇਸ ਘਟਨਾ ਨੂੰ ਅੰਜਾਮ ਦੇਣ ਲੱਗਾ ਸੀ, ਉਹਦੇ ਤੋਂ ਇਹ ਸੰਕੇਤ ਮਿਲਦੇ ਨੇ ਵੀ ਉਹ ਉੱਥੇ ਕਿਰਪਾਨ ਫੜ ਕੇ ਤੇ ਕੋਈ ਏਦਾਂ ਦਾ ਉੱਥੇ ਕਾਰਾ ਕਰਨਾ ਚਾਹੁੰਦਾ ਸੀ ਵੀ ਸ਼ਾਇਦ ਉਹ ਇਹ ਦੱਸਣਾ ਚਾਹੁੰਦਾ ਸੀ ਵੀ ਮੈਂ ਕਿਤੇ ਵੀ ਕੁਝ ਵੀ ਕਰ ਸਕਦਾ। ਉਹ ਇਹ ਵੀ ਪੁਲਿਸ ਅਧਿਕਾਰੀ ਦਬਵੀਂ ਜਵਾਬ ਨਾਲ ਕਹਿੰਦੇ ਨੇ ਵੀ ਕਿਤੇ ਨਾ ਕਿਤੇ ਸ਼ਾਇਦ ਉਹਦੇ ਦਿਮਾਗ 'ਚ ਕੋਈ ਖੁੰਦਕ ਵੀ ਹੋ ਸਕਦੀ ਹੈ ਸਿੱਖ ਧਰਮ ਬਾਰੇ, ਉਹ ਖੁੰਦਕ ਕੱਢਣ ਨਾ ਆਇਆ ਹੋਵੇ। ਪਰ ਜਦੋਂ ਇੰਨੀ ਵੱਡੀ ਘਟਨਾ ਵਾਪਰੀ ਤੇ ਜਿਹੜੇ ਉੱਥੇ ਭਾਈ ਸਾਹਿਬ ਗ੍ਰੰਥੀ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸੀ, ਕਮਾਲ ਦੀ ਗੱਲ ਇਹ ਸੀ ਵੀ ਉਹਨੂੰ ਦੇਖ ਕੇ ਸਭ ਤੋਂ ਪਹਿਲਾਂ ਸਾਹਮਣੇ ਉਹਨਾਂ ਨੇ ਦੇਖਿਆ ਤਾਂ ਉਹ ਇੱਕਦਮ ਸੁਚੇਤ ਹੋਏ। ਪਰ ਜਿਹੜੀ ਰਿਕਾਰਡਿੰਗ ਪਾਠ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਾਹ ਜਿਹੜਾ ਇਹ ਲਾਈਵ ਚੱਲਦਾ, ਉਹਨਾਂ ਦੀ ਜ਼ਬਾਨ ਭੋਰਾ ਭਰ ਵੀ ਨਹੀਂ ਥਿੜਕੀ ਔਰ ਉਹ ਪੂਰੀ ਰੂਹਾਨੀਅਤ ਨਾਲ, ਸਹਿਜਤਾ ਨਾਲ, ਅਡੋਲਤਾ ਨਾਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੀ ਉਸੇ ਪ੍ਰਵਾਹ 'ਚ ਉਹ ਕਰਦੇ ਰਹੇ। ਉਹ ਦੂਸਰੀ ਵਸਤੂ ਜਿਹੜੀ ਤੁਸੀਂ ਨੋਟ ਕਰਿਓ, ਜਿਨ੍ਹਾਂ ਨੇ ਉਹ ਵੀਡੀਓ ਕਈ ਵਾਰੀ ਦੇਖੀ ਹੈ, ਉਹਦੇ 'ਚ ਸਾਹਮਣੇ ਆਊਗਾ ਜਦੋਂ ਉਹਨੇ ਜੰਗਲੇ ਤੋਂ ਛਾਲ ਮਾਰੀ, ਜੰਪ ਕੀਤਾ ਤੇ ਉੱਥੇ ਉਹਦੇ ਵੱਲ ਪਿੱਠ ਕਰਕੇ ਭਾਈ ਜੀ ਜੰਗਲੇ ਤੇ ਬੈਠੇ, ਅੰਦਰਲੇ ਪਾਸੇ ਬੈਠੇ ਸੀ। ਉਹ ਕਮਾਲ ਦੀ ਉਹਨਾਂ ਦੀ ਫੁਰਤੀ ਹੀ, ਪਤਾ ਨਹੀਂ ਕਿੱਥੋਂ ਤਾਕਤ ਆਈ, ਉਹ ਉਹਦੇ ਪਿੱਛੇ ਗਏ ਔਰ ਉਹਨਾਂ ਨੇ ਇੰਨੀ ਸਪੇਸ ਹੀ ਨਹੀਂ ਉਹਨੂੰ ਦਿੱਤੀ ਵੀ ਉਹ ਕਿਰਪਾਨ ਚੱਕ ਕੇ ਤੇ ਉਹਨੂੰ ਘੁਮਾ ਸਕੇ। ਪਹਿਲਾਂ ਤੇ ਉਹ ਪਿੱਛੋਂ ਹੀ ਉਹਦੇ ਲੱਤਾਂ ਵਾਲੇ ਪਾਸੇ ਵੱਧ ਗਏ ਤੇ ਫਿਰ ਇੱਕਦਮ ਉਹਦੇ ਅੱਗੇ ਵੱਧ ਗਏ। ਉਹਨੂੰ ਮੌਕਾ ਨਹੀਂ ਮਿਲਿਆ ਕਿਰਪਾਨ ਨੂੰ ਉਲਾਰਨ ਦਾ ਜਾਂ ਕੋਈ ਗਲਤ ਕੰਮ ਕਰਨ ਦਾ। ਔਰ ਤੀਸਰੀ ਗੱਲ, ਜਿਹੜਾ ਤੀਸਰਾ ਤੱਥ ਇਹ ਹੈ, ਜਦੋਂ ਫਿਰ 3 ਭਾਈ ਸਾਹਿਬ ਸੀ ਉਹ ਉਹਨੂੰ ਘੇਰਨ ਲੱਗੇ ਤੇ ਇੱਕ ਭਾਈ ਸਾਹਿਬ ਨੇ, ਦੇਖੋ ਪਲਾਂ 'ਚ ਉੱਥੇ ਵਾਸੂ ਜੀ ਸਾਰਾ ਕੁਝ ਉਹਨੂੰ ਕਾਬੂ ਕਰਨਾ ਸੀ। ਇੱਕ ਭਾਈ ਸਾਹਿਬ ਅੱਗੇ ਗਏ, ਉਹਨਾਂ ਨੇ ਨਾ ਉਹਨੂੰ ਜੱਫਾ ਪਾਇਆ ਨਾ ਘਸੁੰਨ ਮਾਰਿਆ, ਉਹਨਾਂ ਦੇ ਹੱਥ ਸਰੋਪਾ ਸਾਹਿਬ ਸੀ। ਉਹਨਾਂ ਨੇ ਇੱਕਦਮ ਉਹਦੇ ਗਲੇ ਵਿੱਚ ਸਰੋਪਾ ਪਾ ਕੇ ਅਗਲੇ ਪਾਸੋਂ ਫੜ ਕੇ ਤੇ ਧੂ ਕੇ ਬਾਹਰ ਸੁੱਟ ਦਿੱਤਾ। ਸੋ ਇਹ 3 ਤੱਥਾਂ ਦੀ ਬੜੀ ਚਰਚਾ ਹੈ ਵੀ ਉਹਨੇ ਜਿੰਨੀ ਸ਼ੈਤਾਨ ਢੰਗ ਨਾਲ ਇਹ ਬੇਅਦਬੀ ਕਰਨ ਦਾ ਯਤਨ ਕੀਤਾ ਔਰ ਉਸੇ ਫੁਰਤੀ ਨਾਲ 3 ਜਿਹੜੇ ਭਾਈ ਸਾਹਿਬ ਸੀ ਉਹਨਾਂ ਦੇ ਜਿਹੜੇ ਐਕਸ਼ਨ ਸੀ ਉਹਦੀ ਕਾਫੀ ਚਰਚਾ ਹੈ। ਔਰ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਵੀ ਇਸ ਘਟਨਾ ਨਾਲ ਪੰਜਾਬ ਵਿੱਚ ਬਹੁਤ ਤਣਾਅ ਵਾਲਾ ਮਾਹੌਲ ਹੈ, ਚਿੰਤਾ ਵਾਲਾ ਮਾਹੌਲ ਹੈ। ਕੋਈ ਏਦਾਂ ਦੀ ਗੱਲ ਨਹੀਂ ਵੀ ਤਣਾਅ ਕਿਸੇ 2 ਧਿਰਾਂ ਵਿੱਚ ਹੈ, ਪਰ ਇੱਕ ਇਹ ਫਿਕਰ ਚਿੰਤਾ ਹੈ ਵੀ ਉਹ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੇ ਲੱਗੀ ਹੈ। ਸੋ STF ਦੀ ਇੱਕ ਸਿੱਟ ਬਣੀ ਹੈ, ਉਹਦੀ ਰਿਪੋਰਟ ਸ਼ਾਇਦ ਅੱਜ ਸ਼ਾਮ ਤੱਕ ਆ ਜਾਏ ਤੇ ਕੁਝ ਹੋਰ ਖੁਲਾਸੇ ਹੋਣ ਦੇ ਅਸਾਰ ਨੇ ਜੀ ਵਾਸੂ ਜੀ। ਤਰਲੋਚਨ ਸਿੰਘ ਜੀ, ਬਹਿਬਲ ਕਲਾਂ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਪੀੜਤ ਵਿਅਕਤੀ ਸੁਖਰਾਜ ਸਿੰਘ ਇਹ 16 ਦਸੰਬਰ ਤੋਂ ਧਰਨੇ ਤੇ ਬੈਠੇ ਹੋਏ ਨੇ ਤੇ ਸਿੱਧੂ ਸਾਹਿਬ ਵੀ ਉਸ ਧਰਨੇ 'ਚ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੀ ਸਰਕਾਰ ਨੂੰ ਘੇਰਿਆ।
ਵੈਸੇ ਸੁਖਰਾਜ ਸਿੰਘ ਉਹ ਨੌਜਵਾਨ ਹੈ ਜਿਨ੍ਹਾਂ ਦੇ ਪਿਤਾ ਬਾਈਬਲ ਕਲਾ ਗੋਲੀकांड ਤੇ ਸ਼ਹੀਦ ਹੋ ਗਏ ਸੀ, ਕ੍ਰਿਸ਼ਨ ਭਗਵਾਨ ਸਿੰਘ ਜੀ। ਔਰ ਉਹ ਕੁਝ ਦਿਨਾਂ ਤੋਂ ਉੱਥੇ ਧਰਨੇ ਤੇ ਉਸੇ ਥਾਂ ਤੇ ਬੈਠਾ ਜਿੱਥੇ ਗੋਲੀकांड ਵਾਪਰਿਆ ਸੀ, ਔਰ ਉਹ ਇਹ ਦੋਸ਼ ਲਾ ਰਿਹਾ ਵੀ 2015 ਚ ਜਿਹੜੀਆਂ ਘਟਨਾਵਾਂ ਵਾਪਰੀਆਂ ਅੱਜ ਤੱਕ ਨਾ ਪਿਛਲੀ ਸਰਕਾਰ ਨੇ ਨਾ ਮੌਜੂਦਾ ਸਰਕਾਰ ਨੇ ਉਹਦਾ ਕੋਈ ਹੱਲ ਕੱਢਿਆ। ਔਰ ਉਹ ਦੋਸ਼ ਲਾ ਰਿਹਾ ਵੀ ਕਾਂਗਰਸ ਸਰਕਾਰ ਇਸ ਘਟਨਾ ਦਾ ਸਿਆਸੀ ਲਾਹਾ ਲੈਣ ਲਈ ਇਹਨੂੰ ਲਟਕਾ ਰਹੀ ਹੈ ਵੀ 2022 ਚ ਫਿਰ ਇਹਦਾ ਸਿਆਸੀ ਲਾਹਾ ਲਿਆ ਜਾਵੇ। ਔਰ ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਉੱਥੇ ਧਰਨੇ ਵਿੱਚ ਪੁੱਜ ਗਏ ਜੀ। ਦਰਅਸਲ ਇਹ ਧਰਨਾ ਤੇ ਲੱਗਾ ਉਹਨਾਂ ਦੀ ਸਰਕਾਰ ਦੇ ਵਿਰੁੱਧ, ਚੰਨੀ ਸਰਕਾਰ ਵਿਰੁੱਧ, ਕਾਂਗਰਸ ਸਰਕਾਰ ਵਿਰੁੱਧ। ਉਹ ਸੁਖਰਾਜ ਸਿੰਘ ਇਹ ਦੋਸ਼ ਲਾ ਰਿਹਾ ਵੀ ਜਿਹੜੀ ਕਾਂਗਰਸ ਸਰਕਾਰ ਲਾਹਾ ਲੈਣਾ ਚਾਹੁੰਦੀ ਹੈ 2022 ਦੀ ਇਲੈਕਸ਼ਨ 'ਚ ਅਕਾਲੀਆਂ ਨੂੰ ਭੰਡਣਾ ਚਾਹੁੰਦੀ ਹੈ ਇਸ ਮੁੱਦੇ ਨੂੰ ਲੈ ਕੇ। ਪਰ ਸਿੱਧੂ ਸਾਹਿਬ ਉੱਥੇ ਪਹੁੰਚ ਗਏ ਤੇ ਸਿੱਧੂ ਸਾਹਿਬ ਨੇ ਆਪਣਾ ਫਿਰ ਦਰਦ ਉੱਥੇ ਬਿਆਨਿਆ। ਕਹਿੰਦੇ ਮੇਰੇ ਕੋਲ ਤਾਕਤ ਹੈਗੀ ਆ ਸਿਰਫ ਲੋਕ ਆਵਾਜ਼ ਉਠਾਉਣ ਦੀ, ਪਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੇਰੇ ਕੋਲ ਕੋਈ ਅਧਿਕਾਰ ਨਹੀਂਗਾ। ਭਾਵ ਇਹ ਵੀ ਜੇ ਮੈਂ ਮੁੱਖ ਮੰਤਰੀ ਬਣਿਆ ਤਾਂ ਹੀ ਮੈਂ ਸਜ਼ਾ ਦਵਾ ਸਕਦਾ। ਔਰ ਨਾਲ ਹੀ ਉਹਨਾਂ ਨੇ ਇਹ ਵੀ ਦੋਸ਼ ਲਾਇਆ ਆਪਣੀ ਸਰਕਾਰ ਤੇ ਵੀ ਵੱਡਿਆਂ ਨੂੰ ਤੇ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ। ਉਹਨਾਂ ਕੁਝ ਮੰਤਰੀਆਂ ਵੱਲ ਇਸ਼ਾਰਾ ਕੀਤਾ, ਉਹਨਾਂ ਦੇ ਕਾਕਿਆਂ ਨੂੰ, ਪਰ ਸੁਖਰਾਜ ਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦੇਣੀ ਬਣਦੀ ਸੀ। ਔਰ ਇਹ ਸਾਰੇ ਸਮੇਂ ਦੌਰਾਨ ਉਹ ਬਤੌਰ ਵਿਰੋਧੀ ਧਿਰ ਦੇ ਲੀਡਰ ਵਜੋਂ ਉੱਥੇ ਬੈਠ ਕੇ ਆਪਣੀ ਸਰਕਾਰ ਨੂੰ ਭੰਡਦੇ ਰਹੇ। ਔਰ ਜੋ ਪਤਾ ਲੱਗਾ ਵੀ ਪੰਜਾਬ ਸਕੱਤਰੇਤ ਔਰ ਉਸ ਤੋਂ ਬਾਅਦ ਹਾਈ ਕਮਾਂਡ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਵੀ ਹੁਣ ਚੰਨੀ ਸਰਕਾਰ ਵਿਰੁੱਧ ਜਿਹੜੇ ਧਰਨੇ ਲੱਗਣਗੇ, ਕੀ ਉੱਥੇ ਜਾ ਕੇ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਉਕਸਾਉਣ ਦਾ ਕੰਮ ਵੀ ਨਵਜੋਤ ਸਿੱਧੂ ਕਰਨਗੇ। ਸੋ ਇਸ ਮਾਮਲੇ ਦੀ ਜਿਹੜੇ ਧਰਨੇ 'ਚ ਗਏ ਨੇ ਕਾਫੀ ਚਰਚਾ ਹੈ ਜੀ ਬਸ। ਤਾਂ ਲੋਚਨ ਸਿੰਘ ਜੀ, ਉਧਰ ਡਰੱਗ ਮਾਮਲੇ ਵਿੱਚ ਹੁਣ ਚਰਚਾ ਚੱਲ ਰਹੀ ਹੈ ਕਿ ਵਿਕਰਮ ਮਜੀਠੀਆ ਵਿਰੁੱਧ FIR ਦਰਜ ਹੋ ਸਕਦੀ ਹੈ ਤੇ ਅਕਾਲੀ ਲੀਡਰਾਂ ਨੇ ਚੰਨੀ ਸਰਕਾਰ ਤੇ ਬੜੇ ਗੰਭੀਰ ਦੋਸ਼ ਲਗਾ ਦਿੱਤੇ ਨੇ। ਬਸ ਜੀ ਇਹ ਬਹੁਤ ਵੱਡੀ ਖਬਰ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਸੂਤਰ ਇਹ ਦੱਸਦੇ ਨੇ ਵੀ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਵਿਕਰਮ ਮਜੀਠੀਏ ਵਿਰੁੱਧ ਡਰੱਗ ਮਾਮਲੇ ਵਿੱਚ FIR ਦਰਜ ਕਰ ਲਈ ਹੈ। ਔਰ FIR ਦਰਜ ਕਰਨ ਦਾ ਆਧਾਰ ਜਿਹੜਾ STF ਦੀ ਜਿਹੜੀ ਰਿਪੋਰਟ ਹੈ ਹਰਪ੍ਰੀਤ ਸਿੱਧੂ ਵੱਲੋਂ ਜਿਹੜੀ ਤਿਆਰ ਕੀਤੀ ਸੀ ਉਹਨੂੰ ਦੱਸਿਆ ਜਾ ਰਿਹਾ, ਜਿਹਦੇ ਵਿੱਚ ਬਹੁਤੀ ਜਾਣਕਾਰੀ ਤੇ ਕੋਈ ਨਹੀਂ ਦਿੱਤੀ। ਪਰ ਸੂਤਰ ਇਹ ਕਹਿੰਦੇ ਨੇ ਵੀ ਇਹ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਕਿਹੜੇ ਢੰਗ ਨਾਲ ਮਾਮਲਾ ਦਰਜ ਕੀਤਾ ਜਾਵੇ ਤੇ ਬਨੂੜ ਥਾਣੇ ਵਿੱਚ ਇੱਕ FIR ਦਰਜ ਜਿਹੜੀ ਹੈ ਵਿਕਰਮ ਸਿੰਘ ਮਜੀਠੀਏ ਵਿਰੁੱਧ ਕਰ ਲਈ। ਤੁਹਾਨੂੰ ਯਾਦ ਹੋਊਗਾ ਜਦੋਂ ਰਾਤੋਂ ਰਾਤ IPS ਸਹੋਤਾ ਜਿਹੜੇ ਨੇ DGP ਉਹਨਾਂ ਨੂੰ ਹਟਾ ਕੇ ਤੇ SK ਚਟੋਪਾਧਿਆ ਸਾਹਿਬ ਨੂੰ ਲਾਇਆ ਸੀ, ਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਹੁਣ ਜਲਦੀ ਕੋਈ ਸਿਆਸੀ ਧਮਾਕਾ ਹੋਊਗਾ। ਔਰ ਨਾਲ ਦੀ ਨਾਲ ਅੱਜ ਦੀ ਖਬਰ ਇਹ ਵੀ ਹੈ ਵੀ SK ਚਟੋਪਾਧਿਆ ਸਾਹਿਬ ਨੂੰ ਰੈਗੂਲਰ DGP ਲਾਉਣ ਲਈ UPSC ਨੂੰ ਇੱਕ ਪੱਤਰ ਵੀ ਲਿਖਿਆ ਪੰਜਾਬ ਸਰਕਾਰ ਨੇ, ਜਿਹਦੇ ਵਿੱਚ ਕਿਹਾ ਹੈ ਵੀ DGP ਲਈ ਜਦੋਂ ਨਿਯੁਕਤੀ ਕਰਨੀ ਹੈ ਤੇ ਕੱਟ ਆਫ ਡੇਟ 30 ਸਤੰਬਰ 2021 ਨਿਰਧਾਰਿਤ ਕੀਤੀ ਜਾਵੇ। ਕਾਰਨ ਕੀ ਹੈ ਵੀ ਕੋਈ ਵੀ DGP ਕਿਸੇ ਵੀ ਸਟੇਟ ਦਾ ਉਹੀ ਲੱਗ ਸਕਦਾ ਜਿਹਦੀ ਰਿਟਾਇਰਮੈਂਟ ਦਾ ਸਮਾਂ 6 ਮਹੀਨੇ ਘੱਟੋ ਘੱਟ ਹੋਵੇ, ਤੇ 30 ਸਤੰਬਰ 2021 ਕੱਟ ਆਫ ਡੇਟ ਇਸ ਲਈ ਪੰਜਾਬ ਸਰਕਾਰ ਨੇ ਰਿਕਮੈਂਡ ਕੀਤੀ ਕਿਉਂਕਿ ਚਟੋਪਾਧਿਆ ਸਾਹਿਬ 31 ਮਾਰਚ 2022 ਨੂੰ ਰਿਟਾਇਰ ਹੋ ਰਹੇ ਨੇ, ਤੇ ਜੇ ਇਸ ਤੋਂ ਅਗਲੀ 1 ਅਕਤੂਬਰ ਵੀ ਡੇਟ ਮੰਨ ਲਈ ਜਾਵੇ ਤੇ ਉਹ ਇਸ ਅਹੁਦੇ ਤੇ ਨਹੀਂ ਰਹਿ ਸਕਦੇ। ਸੋ ਇਹ ਸਾਰੀ ਗੱਲ ਤੋਂ ਲੱਗਦਾ ਵੀ ਉਹਨਾਂ ਤੇ ਪਰਚਾ ਜਿਹੜਾ ਦਰਜ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਭਾਵੇਂ ਸਾਡੇ ਕੋਲ ਕੋਈ ਇਹਦੇ ਬਾਰੇ ਪੁਖਤਾ ਜਾਣਕਾਰੀ ਨਹੀਂ, ਪਰ ਡਾਕਟਰ ਦਲਜੀਤ ਚੀਮਾ, ਇਸੇ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਤੇ ਚਰਨਜੀਤ ਸਿੰਘ ਬਰਾੜ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਸਾਨੂੰ ਪਹਿਲੋਂ ਹੀ ਸੰਕੇਤ ਮਿਲ ਰਹੇ ਸੀ ਵੀ ਸਿਆਸੀ ਆਧਾਰ ਤੇ ਵਿਕਰਮ ਮਜੀਠੀਆ ਵਿਰੁੱਧ ਜਿਹੜਾ ਕੇਸ ਦਰਜ ਕੀਤਾ ਜਾ ਰਿਹਾ। ਉਹ ਕਹਿੰਦੇ ਜਦੋਂ ਡਿਟੇਲ ਆਊਗੀ ਉਹਦੀ ਪੂਰੀ ਉਹਦੇ ਸਬੰਧ 'ਚ ਫਿਰ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਇਸ ਮਾਮਲੇ 'ਚ ਦੱਸਣਯੋਗ ਇਹ ਹੈ ਵੀ ਇੱਕ ਭੋਲਾ ਕਾਂਡ ਹੋਇਆ ਸੀ, ਡਰੱਗ ਕਾਂਡ, ਉਹਦੇ ਵਿੱਚ
ਭੋਲੇ ਨੇ ਇੱਕ ਵਾਰੀ ਜਦੋਂ ਅਦਾਲਤ 'ਚ ਆਇਆ ਸੀ ਤੇ ਕਿਹਾ ਸੀ ਵਿਕਰਮ ਮਜੀਠੀਏ ਨੇ ਇਹ ਸਾਰਾ ਕੁਝ ਕਰਵਾਇਆ, ਪਰ ਉਦੋਂ ਫਿਰ ਇਹ ਗੱਲ ਆਈ ਸੀ ਵੀ ਕੋਈ ਵੀ ਅਕਿਊਜ਼ ਜਿਹੜਾ ਇੰਨਾ ਵੱਡਾ ਡਰੱਗ ਮਾਫੀਆ ਹੋਵੇ ਉਹ ਕਿਸੇ ਦਾ ਵੀ ਨਾਂ ਲੈ ਸਕਦਾ। ਉਦੋਂ ਤੇ ਸ਼੍ਰੋਮਣੀ ਅਕਾਲੀ ਦਲ ਸੀ ਜਿਹਨੇ ਭੋਲੇ ਨੂੰ ਫੜਿਆ ਸੀ। ਸੋ ਇਹ ਸਾਰੀ ਗੱਲ ਨੂੰ ਲੈ ਕੇ ਵਾਸੂ ਜੀ ਬਹੁਤ ਭੇਦ ਵੀ ਬਣਿਆ। ਇਹਦੇ ਬਾਰੇ ਸਰਕਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ FIR ਦਰਜ ਕਰਨ ਦੀ, ਪਰ ਚਰਚਾ ਪੂਰੀ ਹੈ ਵੀ ਦਰਜ ਕਰ ਲਈ FIR ਤੇ ਕਿਸੇ ਵੇਲੇ ਵੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਪੁਲਿਸ ਚਲਾ ਸਕਦੀ ਹੈ। ਜੀ ਬਸ ਤਰਲੋਚਨ ਸਿੰਘ ਜੀ, ਜਿਹੜੀ ਕਾਂਗਰਸ ਵਿਚਲੀ ਅੰਦਰੂਨੀ ਫੁੱਟ ਹੈ ਉਹਨੂੰ ਲੈ ਕੇ ਲੁਕੋ ਤਾਂ ਪਹਿਲਾਂ ਵੀ ਕੋਈ ਨਹੀਂ ਸੀ ਰਿਹਾ, ਪਰ ਉਹਨੂੰ ਹੋਰ ਜਨਤਕ ਹੋ ਗਈ ਹੈ। ਰਾਣਾ ਗੁਰਜੀਤ ਨੇ ਹੁਣ ਨਵਜੋਤ ਸਿੱਧੂ ਵਿਰੁੱਧ ਮੋਰਚਾ ਖੋਲ੍ਹਿਆ ਹੈ। ਬਸ ਜੀ ਨਵਜੋਤ ਸਿੰਘ ਸਿੱਧੂ ਪਹਿਲੋਂ ਗਏ ਸੀ ਕਾਦੀਆਂ ਵਿਧਾਨ ਸਭਾ ਹਲਕੇ 'ਚ ਤੇ ਫਤਿਹ ਜੰਗ ਬਾਜਵਾ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਥਾਪੜਾ ਦੇ ਆਏ ਸੀ ਵੀ ਤੇਰੀ ਸੀਟ ਪੱਕੀ, ਟਿਕਟ ਪੱਕੀ। ਤੇ ਉਹਨਾਂ ਦੇ ਵੱਡੇ ਭਰਾ ਪ੍ਰਤਾਪ ਬਾਜਵਾ ਅਗਲੇ ਦਿਨ ਉੱਥੇ ਚਲ ਗਏ ਸੀ ਤੇ ਕਹਿੰਦੇ ਇੱਥੇ ਤੇ ਟਿਕਟ ਤੇ ਮੈਨੂੰ ਦੇ ਦਿੱਤੀ ਆ ਹਾਈ ਕਮਾਂਡ ਨੇ। ਫਿਰ ਇਹ ਬਠਿੰਡੇ ਗਏ ਸੀ ਤੇ ਇਹਨਾਂ ਨੇ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਲਾਡੀ ਹੈ ਜੀ, ਇੱਕ ਉਹ ਕੱਟੜ ਵਿਰੋਧੀ ਆ ਸਿਆਸੀ ਤੌਰ ਤੇ ਮਨਪ੍ਰੀਤ ਬਾਦਲ ਹੋਣਾ ਦਾ ਵਿੱਤ ਮੰਤਰੀ ਦਾ, ਉਹਨੂੰ ਟਿਕਟ ਦੇਣ ਦੀ ਗੱਲ ਕਹੀ ਸੀ। ਫਿਰ ਇਹ ਸੁਲਤਾਨਪੁਰ ਲੋਧੀ ਆਏ ਤੇ ਇੱਥੇ ਇਹਨਾਂ ਨੇ ਨਵਤੇਜ ਚੀਮਾ ਮੌਜੂਦਾ ਵਿਧਾਇਕ ਨੂੰ ਥਾਪੜਾ ਦੇ ਦਿੱਤਾ ਤੇ ਨਾਲ ਬੜੇ ਇਸ ਢੰਗ ਦੇ ਸ਼ਬਦ ਵਰਤੇ ਵੀ ਕੋਈ ਗਿੱਦੜ ਸ਼ੇਰ ਤੈਨੂੰ ਹੱਥ ਨਹੀਂ ਲਾ ਸਕਦਾ, ਤਗੜਾ ਹੋ ਜਾ, ਮੈਂ ਤੇਰੇ ਨਾਲ ਹਾਂ। ਤੇ ਰਾਣਾ ਗੁਰਜੀਤ ਸਿੰਘ ਜਿਹੜੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਨੇ ਉਹਨਾਂ ਦੇ ਵਿਰੁੱਧ ਵੀ ਅਸਿੱਧੇ ਢੰਗ ਨਾਲ ਕੁਝ ਸ਼ਬਦ ਵਰਤੇ ਸੀ, ਕਿਉਂਕਿ ਰਾਣਾ ਗੁਰਜੀਤ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ। ਸੋ ਉਹਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਰਾਣਾ ਗੁਰਜੀਤ ਹੋਣਾ ਨੇ। ਉਹਨਾਂ ਨੇ ਕਿਹਾ ਨਵਜੋਤ ਸਿੱਧੂ ਪਹਾੜੇ ਦਾ ਬੰਦਾ ਹੈ, ਇਹ ਕਾਂਗਰਸ ਕੇਵਲ ਮੁੱਖ ਮੰਤਰੀ ਬਣਨ ਲਈ ਆਇਆ। ਇਹ ਕੌਣ ਹੁੰਦਾ ਟਕਸਾਲੀ ਕਾਂਗਰਸੀਆਂ ਨੂੰ ਸਲਾਹ ਦੇਣ ਵਾਲਾ, ਇਹ ਤੇ 5 ਸਾਲ ਪਹਿਲਾਂ ਹੀ ਸਾਡੀ ਪਾਰਟੀ 'ਚ ਆਇਆ। ਤੇ ਉਹਨਾਂ ਨੇ ਕਿਹਾ ਵੀ ਇਹ ਸਿਆਸੀ ਮੌਕਾ ਪ੍ਰਸਤ ਹੈ, ਅਸਥਿਰ ਵਿਅਕਤੀ ਹੈ, ਔਰ ਜੇ ਜਿੰਨੀ ਜਲਦੀ ਇਹ ਕਾਂਗਰਸ ਛੱਡ ਜਾਵੇ ਓਨਾ ਹੀ ਕਾਂਗਰਸ ਦਾ ਭਲਾ, ਨਹੀਂ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਕਰੂਗਾ। ਔਰ ਇਹਦੇ ਵਿਰੋਧ ਵਿੱਚ ਨਵਤੇਜ ਸਿੰਘ ਚੀਮਾ ਨੇ ਕਿਹਾ ਵੀ ਸਿੱਧੂ ਜਿਹੜੇ ਨੇ ਇਹ ਬਹੁਤ ਇਮਾਨਦਾਰ ਵਿਅਕਤੀ ਨੇ, ਔਰ ਰਾਣਾ ਗੁਰਜੀਤ ਜਿਹੜੇ ਨੇ ਇਹ ਕਾਂਗਰਸ ਦੀਆਂ ਜੜ੍ਹਾਂ ਵੱਢ ਰਹੇ ਨੇ, ਇਸ ਲਈ ਉਹ ਇਹਦੇ ਸਬੰਧ ਵਿੱਚ ਹਾਈ ਕਮਾਂਡ ਨੂੰ ਔਰ ਨਵਜੋਤ ਸਿੱਧੂ ਨੂੰ ਵੀ ਸ਼ਿਕਾਇਤ ਕਰਨਗੇ ਰਾਣਾ ਗੁਰਜੀਤ ਦੀ। ਔਰ ਇਸੇ ਤਰ੍ਹਾਂ ਵਾਸੂ ਜੀ ਸੁਖਪਾਲ ਖਹਿਰਾ ਭਾਵੇਂ ਈਡੀ ਦੇ ਸ਼ਿਕੰਜੇ 'ਚ ਨੇ, ਉਹਨਾਂ ਨੇ ਵੀ ਨਵਜੋਤ ਸਿੱਧੂ ਦੇ ਹੱਕ ਵਿੱਚ ਬਿਆਨ ਦੇ ਕੇ ਕਿਹਾ ਵੀ ਨਵਜੋਤ ਸਿੱਧੂ ਬਹੁਤ ਖਰਾ ਬੰਦਾ ਆ, ਬੇਦਾਗ ਬੰਦਾ ਹੈ ਤੇ ਰਾਣਾ ਗੁਰਜੀਤ ਤੇ ਭ੍ਰਿਸ਼ਟ ਵਿਅਕਤੀ ਹੈ, ਇਸ ਲਈ ਉਹ ਸਿੱਧੂ ਸਾਹਿਬ ਦੇ ਨਾਲ ਖੜਾ। ਸੋ ਇਹ ਕਹਿ ਸਕਦੇ ਆ ਵੀ ਕਾਂਗਰਸ ਦੀ ਫੁੱਟ ਜਿਹੜੀ ਪਰਦੇ ਦੇ ਪਿੱਛੇ ਸੀ ਹੁਣ ਖੁੱਲ ਕੇ ਸਾਹਮਣੇ ਆ ਗਈ ਹੈ ਜੀ ਬਸ। ਤਰਲੋਚਨ ਸਿੰਘ ਜੀ, ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਇੱਕ ਪੱਤਰ ਲਿਖਿਆ ਅਮਿਤ ਸ਼ਾਹ ਨੂੰ। ਉਹ 'ਚ ਉਹਨਾਂ ਨੇ ਲਿਖਿਆ ਕਿ ਬੇਅਦਬੀ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਨਿਰਧਾਰਿਤ ਕੀਤੀ ਜਾਵੇ। ਬਸ ਜੀ ਦਰਅਸਲ ਜਦੋਂ ਕੋਈ ਇਸ਼ੂ ਉੱਠਦਾ ਤੇ ਉਦੋਂ ਹੀ ਸਿਆਸਤਦਾਨਾਂ ਦੀਆਂ ਅੱਖਾਂ ਖੁੱਲਦੀਆਂ ਨੇ। ਇਹ ਬੇਅਦਬੀ ਦੇ ਮਾਮਲੇ ਕਈ ਚਿਰ ਦੇ ਚੱਲ ਰਹੇ ਆ, ਔਰ ਸਾਲ 2018 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਲਿਆਂਦਾ ਸੀ। ਪੰਜਾਬ ਵਿਧਾਨ ਸਭਾ ਚ ਬਿੱਲ ਲਿਆਂਦਾ ਸੀ, ਪੰਜਾਬ ਅਮੈਂਡਮੈਂਟ ਬਿੱਲ ਸੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਧਾਰਾ 295, 295 ਏ ਤੇ IPC ਦੀ ਧਾਰਾ 1860 ਤਹਿਤ ਜਿਹੜੀ ਬੇਅਦਬੀ ਕਿਤੇ ਹੁੰਦੀ ਆ, ਧਾਰਮਿਕ ਭਾਵਨਾ ਨੂੰ ਠੇਸ ਲੱਗਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਨ ਦਾ ਯਤਨ ਕਰਦਾ ਜਾਂ ਭਗਵਤ ਗੀਤਾ, ਕੁਰਾਨ, ਬਾਈਬਲ, ਤੇ ਉਹਦੇ ਲਈ ਇਹ 3 ਸਾਲ ਦੀ ਸਜ਼ਾ ਜਿਹੜੀ ਹੁਣ ਇਹਨੂੰ ਵਧਾ ਕੇ ਉਮਰ ਕੈਦ ਕੀਤਾ ਜਾਵੇ। ਸੋ ਉਹ ਉਦੋਂ ਬਿੱਲ ਜਿਹੜਾ ਸੀ ਉਹ ਪਾਸ ਕਰਕੇ ਵਿਧਾਨ ਸਭਾ ਨੇ ਗਵਰਨਰ ਪੰਜਾਬ ਨੂੰ ਭੇਜਤਾ ਸੀ, ਔਰ ਗਵਰਨਰ ਪੰਜਾਬ ਨੇ ਅਗਸਤ 2018 ਵਿੱਚ ਇਹਨੂੰ ਪ੍ਰਵਾਨਗੀ ਦੇ ਕੇ ਤੇ ਅਕਤੂਬਰ 2018 ਵਿੱਚ ਰਾਸ਼ਟਰਪਤੀ ਨੂੰ ਇਹ ਗਿਆ ਸੀ, ਔਰ ਅਕਤੂਬਰ 2018 ਦਾ ਉੱਥੇ ਪੈਂਡਿੰਗ ਪਿਆ ਆ। ਤੇ ਹੁਣ ਡਿਪਟੀ CM ਜਿਹੜੇ ਗ੍ਰਹਿ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਹਦੇ ਰੈਫਰੈਂਸ ਵਿੱਚ ਕਿਹਾ ਵੀ ਰਾਸ਼ਟਰਪਤੀ ਕੋਲੋਂ ਇਹ ਜਿਹੜਾ ਅਸੀਂ ਨਵਾਂ ਕਾਨੂੰਨ ਬਣਾਇਆ ਇਹਨੂੰ ਪਾਸ ਕਰਕੇ ਤੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ 3 ਸਾਲ ਦੀ ਥਾਂ ਤੇ ਉਮਰ ਕੈਦ
ਦੇਣ ਦਾ ਜਿਹੜਾ ਆ ਇਹ ਪ੍ਰਬੰਧ ਕੀਤਾ ਜਾਵੇ। ਨਾਲ ਇਹ ਰੈਫਰੈਂਸ ਦਿੱਤਾ ਸ਼੍ਰੀ ਹਰਿਮੰਦਰ ਸਾਹਿਬ ਜਿਹੜੀ ਘਟਨਾ ਵਾਪਰੀ ਹੈ, ਤੇ ਨਾਲ ਦੀ ਨਾਲ ਇਹ ਗੱਲ ਕਹੀ ਵੀ ਪੰਜਾਬ ਬਾਰਡਰ ਸਟੇਟ ਹੈ, ਇੱਥੇ ਭਾਈਚਾਰਕ ਸਾਂਝ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਹੈ। ਪਾਕਿਸਤਾਨ ਜਿਹੜਾ ਆ ਇਹ ਹਰ ਵੇਲੇ ਇਸ ਤਾਕ 'ਚ ਰਹਿੰਦਾ, ਕਿਸੇ ਤਰ੍ਹਾਂ ਪੰਜਾਬ 'ਚ ਗੜਬੜ ਹੋਵੇ, ਸੋ ਉਹਨੂੰ ਮੁੱਖ ਰੱਖਦਿਆਂ ਉਹਨਾਂ ਨੇ ਕਿਹਾ ਵੀ ਇਹਨੂੰ ਹੰਗਾਮੀ ਹਾਲਤ ਵਿੱਚ ਰਾਸ਼ਟਰਪਤੀ ਕੋਲੋਂ ਲੈ ਕੇ ਤੇ ਇਹਨੂੰ ਕਾਨੂੰਨ ਬਣਾ ਕੇ ਤੇ ਬਣਾਇਆ ਜਾਵੇ, ਤਾਂ ਜੋ ਪੰਜਾਬ ਵਿੱਚ ਬੇਅਦਬੀਆਂ ਕਰਨ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਹੈ ਦਿੱਤੀ ਜਾ ਸਕੇ। ਜੀ ਬਸ। ਤਲੋਚਨ ਸਿੰਘ ਜੀ, ਮੁੱਖ ਮੰਤਰੀ ਚੰਨੀ ਨੇ ਆਪਣੇ ਪਰਿਵਾਰ ਸਮੇਤ 25 ਕਿਲੋਮੀਟਰ ਲੰਮੀ ਧਾਰਮਿਕ ਯਾਤਰਾ ਕੀਤੀ ਹੈ। ਕਿਹੜੀ ਯਾਤਰਾ ਜੀ? ਬਸ ਜੀ ਆਪਣੇ ਮੁੱਖ ਮੰਤਰੀ ਸਾਹਿਬ ਦਾ ਘਰ ਜੱਦੀ ਘਰ ਮਰਿੰਡੇ ਹੈ ਜੀ, ਤੇ ਮਰਿੰਡੇ ਤੋਂ ਚਮਕੌਰ ਸਾਹਿਬ ਜਿਹੜਾ ਉਹ 25 ਕਿਲੋਮੀਟਰ ਹੈ ਜੀ। ਅੱਛਾ। ਤੇ ਜੋ ਕਿਹਾ ਜਾਂਦਾ ਵੀ ਹਰੇਕ ਸਾਲ ਆਪਣੇ ਸ਼ਹੀਦਾਂ ਦਾ ਜਿਹੜਾ ਜੋੜ ਮੇਲ ਹੁੰਦਾ, ਇਹਦੇ ਸੰਬੰਧ ਵਿੱਚ ਉਹ ਹਰ ਸਾਲ ਪੈਦਲ ਚਮਕੌਰ ਸਾਹਿਬ ਜਾਂਦੇ ਨੇ। ਔਰ ਹੁਣ ਬਤੌਰ ਮੁੱਖ ਮੰਤਰੀ ਵੀ ਉਹ ਆਪਣੇ 2 ਬੇਟਿਆਂ ਨਾਲ, ਨੂੰਹ ਨਾਲ, ਪਤਨੀ ਨਾਲ ਤੇ ਆਪਣੇ ਭਰਾਵਾਂ ਨਾਲ ਕੱਲ ਉਹ ਪੈਦਲ ਯਾਤਰਾ ਕਰਕੇ ਤੇ ਉੱਥੇ ਗੁਰਦੁਆਰਾ ਸਾਹਿਬ ਦੀ ਸ਼੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ, ਉੱਥੇ ਨਤਮਸਤਕ ਹੋਏ ਤੇ ਰਾਹ ਵਿੱਚ ਉਹ ਆਮ ਲੋਕਾਂ ਨੂੰ ਮਿਲਦੇ ਗਏ, ਸੈਲਫੀਆਂ, ਫੋਟੋਆਂ, ਤੇ ਉਹਨਾਂ ਨੇ ਰਾਹ 'ਚ ਕੁਝ ਥਾਵਾਂ ਤੇ ਲੰਗਰਾਂ ਤੇ ਚਾਹ ਵੀ ਪੀਤੀ। ਔਰ ਸੰਗਤਾਂ ਨਾਲ ਮੇਲ ਮਿਲਾਪ ਕਰਦੇ ਹੋਏ ਉਹ ਪੈਦਲ 25 ਕਿਲੋਮੀਟਰ ਜਾ ਕੇ ਤੇ ਉਹਨਾਂ ਨੇ ਉੱਥੇ ਮੱਥਾ ਟੇਕਿਆ। ਔਰ ਇਸ ਗੱਲ ਦੀ ਬਹੁਤ ਚਰਚਾ ਹੈ ਵੀ ਸ਼ਾਇਦ ਪਹਿਲੇ ਮੁੱਖ ਮੰਤਰੀ ਨੇ ਪੰਜਾਬ ਦੇ ਕੋਈ ਜਿਨ੍ਹਾਂ ਨੇ 25 ਕਿਲੋਮੀਟਰ ਪੈਦਲ ਜਾ ਕੇ ਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ। ਜੀ ਬਸ। ਤਲੋਚਨ ਸਿੰਘ ਜੀ, ਇੱਕ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ ਕਿ ਜਿਹੜਾ ਵੋਟਰ ਆਈਡੀ ਕਾਰਡ ਹੁੰਦਾ ਉਹਨੂੰ ਆਧਾਰ ਕਾਰਡ ਦੇ ਨਾਲ ਜੋੜੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਹੁਣ। ਬਿਲਕੁਲ ਵਾਸੂ ਜੀ, ਲੋਕ ਸਭਾ ਵਿੱਚ ਇਹ ਬਿੱਲ ਜਿਹੜਾ ਪਾਸ ਹੋ ਗਿਆ ਜੀ, ਚੋਣ ਕਾਨੂੰਨ ਸੋਧ ਬਿੱਲ 2021 ਹੈ। ਭਾਵੇਂ ਵਿਰੋਧੀ ਧਿਰਾਂ ਨੇ ਇਸ ਮਾਮਲੇ 'ਚ ਕਾਫੀ ਹੰਗਾਮਾ ਕੀਤਾ ਔਰ ਮੰਗ ਕਰ ਰਹੇ ਸੀ ਵਿਰੋਧੀ ਧਿਰਾਂ ਵੀ ਇਸ ਬਿੱਲ ਦੀ ਹੋਰ ਪੜਚੋਲ ਕਰਨ ਲਈ ਇਹ ਬਿੱਲ ਜਿਹੜਾ ਸਥਾਈ ਕਮੇਟੀ ਨੂੰ ਭੇਜਿਆ ਜਾਵੇ, ਪਰ ਭਾਰਤ ਸਰਕਾਰ ਨੇ ਇਹ ਜੋ ਪੇਸ਼ ਕੀਤਾ ਸੀ ਉਹਨੂੰ ਪਾਸ ਕਰ ਦਿੱਤਾ, ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਇਹ ਵੋਟਰ ਪਛਾਣ ਪੱਤਰ ਜਿਹੜਾ ਆ ਆਧਾਰ ਨਾਲ ਜੁੜਨ ਨਾਲ ਇੱਕ ਤੇ ਇਹਦੇ 'ਚ ਇਹ ਕਰਤਾ ਵੀ ਇਹ ਕੋਈ ਪੱਕੀ ਕੰਡੀਸ਼ਨ ਨਹੀਂ ਵੀ ਆਧਾਰ ਨਾਲ ਜੋੜਨਾ ਲਾਜ਼ਮੀ ਹੈ। ਇਹ ਹਰੇਕ ਵਿਅਕਤੀ ਦੀ ਆਪਣੀ ਇੱਛਾ ਹੈ, ਆਪਣੀ ਵਿਲ ਹੈ ਵੀ ਉਹ ਉਹਦੇ ਨਾਲ ਜੋੜਨਾ ਚਾਹੁੰਦਾ ਕਿ ਨਹੀਂ ਜੋੜਨਾ ਚਾਹੁੰਦਾ। ਦੂਸਰੀ ਗੱਲ ਇਹ ਦੱਸੀ ਗਈ ਵੀ ਇਹਦੇ ਨਾਲ ਫਰਜ਼ੀ ਵੋਟ ਨਹੀਂ ਬਣ ਸਕੇਗੀ ਜਾਂ ਇੱਕ ਵਿਅਕਤੀ ਇੱਕ ਤੋਂ ਵੱਧ ਵੋਟਾਂ ਨਹੀਂ ਬਣਾ ਸਕੇਗਾ। ਆਧਾਰ ਨਾਲ ਜੁੜਨ ਨਾਲ ਇਦਾਂ ਦੀ ਸਥਿਤੀ ਬਣ ਜੂਗੀ, ਪਾਰਦਰਸ਼ਤਾ ਜਿਹੜੀ ਆਊਗੀ। ਇੱਕ ਵੱਡੀ ਗੱਲ ਇਹਦੇ 'ਚ ਇਹ ਦੱਸੀ ਗਈ ਹੈ ਵੀ ਇਹਦੇ ਨਾਲ ਪਹਿਲੋਂ ਇਹ ਸੀ ਵੀ ਕਿਸੇ ਨੂੰ 18 ਸਾਲ ਦਾ ਕੋਈ ਹੁੰਦਾ ਸੀ ਤੇ ਉਹਨੂੰ ਵੋਟ ਬਣਾਉਣ ਲਈ 1 ਜਨਵਰੀ ਡੇਟ ਨਿਰਧਾਰਿਤ ਕੀਤੀ ਜਾਂਦੀ ਸੀ, ਪਰ ਹੁਣ ਹਰੇਕ ਵਿਅਕਤੀ ਨੂੰ ਸਾਲ 'ਚ 4 ਮੌਕੇ ਦਿੱਤੇ ਜਾਣਗੇ। ਉਹ 4 ਸਮਿਆਂ ਦੌਰਾਨ ਕਿਸੇ ਵੇਲੇ ਵੀ ਆਪਣੀ ਜਿਹੜੀ ਵੋਟ ਬਣਾ ਸਕਦਾ। ਸੋ ਕੁੱਲ ਮਿਲਾ ਕੇ ਕਿਹਾ ਜਾ ਰਿਹਾ ਵੀ ਇਹਦੇ ਨਾਲ ਜਿਹੜੀ ਭਾਰਤ ਵਿੱਚ ਵੋਟਾਂ ਫਰਜ਼ੀ ਬਣਦੀਆਂ ਸੀ ਉਹਨੂੰ ਨੱਥ ਪੈ ਸਕਦੀ ਹੈ। ਜੀ ਬਸ। ਪਰ ਤਲੋਚਨ ਸਿੰਘ ਜੀ, ਫਿਰ ਆਪੋਜੀਸ਼ਨ ਵੱਲੋਂ ਕਿਉਂ ਹੰਗਾਮਾ ਕੀਤਾ ਜਾ ਰਿਹਾ ਜੇ ਇੰਨਾ ਚੰਗਾ ਬਿੱਲ ਹੈ ਤਾਂ? ਦਰਅਸਲ ਜਦੋਂ ਵੀ ਕੋਈ ਬਿੱਲ, ਕਾਨੂੰਨ ਜਾਂ ਕੋਈ ਮਤਾ ਆਉਂਦਾ ਨਾ ਜੀ, ਵਿਰੋਧੀ ਧਿਰਾਂ ਦਾ ਇਹ ਹੁੰਦਾ ਵੀ ਉਹ ਸਾਰਾ ਕ੍ਰੈਡਿਟ ਜਿਹੜਾ ਸਰਕਾਰ ਨਾਲ ਲੈ ਜੇ, ਜਾਂ ਕਈ ਵਾਰੀ ਇਹ ਵੀ ਗੱਲ ਹੁੰਦਾ ਵੀ ਕੁਝ ਸ਼ੰਕੇ ਹੁੰਦੇ ਨੇ ਤੇ ਸਰਕਾਰਾਂ ਜਿਹੜੀ ਹੁਕਮਰਾਨ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਹੁੰਦਾ ਵੀ ਇਹ ਬਿੱਲ ਸਾਡੇ ਮੁਤਾਬਕ ਹੀ ਬਣੇ। ਸੋ ਇਹਦੇ ਵਿੱਚ ਵੀ ਵੈਸੇ ਤੇ ਸਥਾਈ ਕਮੇਟੀ ਨੂੰ ਦੇ ਦੇਣਾ ਚਾਹੀਦਾ ਸੀ। ਇਹ ਬਹੁਤ ਵੱਡਾ ਮੁੱਦਾ, ਦੇਸ਼ ਦੇ ਹਰੇਕ ਨਾਗਰਿਕ ਨਾਲ ਜੁੜੀ ਗੱਲ ਹੈ। ਜੇ 4 ਦਿਨਾਂ ਬਾਅਦ ਪਾਸ ਹੋ ਜਾਂਦਾ ਤੇ ਉਹਦੇ ਨਾਲ ਇਹ ਸੀ ਵੀ ਵਿਰੋਧੀ ਧਿਰਾਂ ਵੀ ਸੈਟੀਸਫਾਈ ਹੋ ਜਾਂਦੀਆਂ, ਪਰ ਇਹ ਹਰੇਕ ਮੁੱਦੇ 'ਚ ਬਸ ਜੀ ਜਦੋਂ ਭਾਵੇਂ ਪੰਜਾਬ ਵਿਧਾਨ ਸਭਾ ਹੋਵੇ, ਕੋਈ ਵਿਧਾਨ ਸਭਾ, ਪਾਰਲੀਮੈਂਟ ਹੋਵੇ, ਰਾਜ ਸਭਾ ਹੋਵੇ, ਉੱਥੇ ਜਦੋਂ ਕੋਈ ਮੁੱਦਾ ਆਉਂਦਾ ਤੇ ਉਹਨੂੰ ਵਿਰੋਧੀ ਤੇ ਹੁਕਮਰਾਨ ਧਿਰ ਇਹ ਸੋਚਦੀ ਹੈ ਵੀ ਇਹਦੇ ਤੇ ਕੋਈ ਨਾ ਕੋਈ ਸਿਆਸੀ ਲਾਹਾ ਲਿਆ ਜਾਵੇ। ਸੋ ਇਹਦੇ ਵਿੱਚ ਵੀ ਇਹ ਗੱਲ ਹੋ ਸਕਦੀ ਹੈ ਵੀ ਸਰਕਾਰ ਚਾਹੁੰਦੀ ਹੋਵੇ ਵੀ ਸਾਰਾ ਕ੍ਰੈਡਿਟ ਸਾਨੂੰ ਮਿਲ ਜੇ, ਅਸੀਂ ਕਹੀਏ ਵੀ ਅਸੀਂ ਬਹੁਤ ਵੱਡਾ ਕੰਮ ਕਰ ਲਿਆ, ਜੇ ਜਾਲੀ ਵੋਟਾਂ ਦਾ ਰੁਝਾਨ ਖਤਮ ਕਰ ਦਿੱਤਾ ਤੇ ਜੇ ਸਥਾਈ ਕਮੇਟੀ ਬਣਾਤੀ ਤੇ ਇਹਦੇ ਵਿੱਚ ਕਿਤੇ ਵਿਰੋਧੀ ਧਿਰ ਨੂੰ ਵੀ ਕਿਤੇ ਮਾੜਾ ਮੋਟਾ ਜਿਹੜਾ ਹੈ ਇਹਦਾ ਲਾਭ ਮਿਲ ਸਕਦਾ। ਸੋ ਇਹੀ ਗੱਲ ਲੱਗਦੀ ਜੇ ਮੁੱਖ ਤੌਰ ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਲਾਗੂ ਹੋ ਜਾਏਗਾ ਜੀ? ਇਹ ਮੈਨੂੰ ਤਾਂ ਲੱਗਦਾ ਮੁਸ਼ਕਿਲ ਹੈ ਜੀ।
ਅੱਛਾ। ਜਿਹੜੀਆਂ ਹਾਂ ਸਰ 2024 ਦੀਆਂ ਜਿਹੜੀਆਂ ਨੇ ਜੀ ਉਦੋਂ ਤੱਕ ਟਾਰਗੇਟ ਹੋਊਗਾ ਜਿਹੜੀਆਂ ਲੋਕ ਸਭਾ ਦੀਆਂ ਨੇ, Right. ਪਰ ਹੁਣ ਜਿਹੜੇ 5 ਰਾਜਾਂ ਦੀਆਂ ਇਹਦੇ ਲਈ ਤੇ ਸੰਭਵ ਹੈ ਹੀ ਨਹੀਂ ਜੀ, ਮੁਸ਼ਕਲ ਹੈ ਜੀ। ਤੇ ਤਰਲੋਚਨ ਸਿੰਘ ਜੀ, ਜਿਹੜਾ ਆਧਾਰ ਕਾਰਡ ਸੀ ਇਹਦਾ ਪ੍ਰਮੁੱਖ ਮੰਤਵ ਤਾਂ ਇਹੀ ਸੀ ਨਾ ਕਿ ਲੋਕਾਂ ਦੀ ਸਾਰਿਆਂ ਦੀ ਆਈਡੀ ਹੋ ਸਕੇ ਆਸਾਨੀ ਨਾਲ। ਹੁਣ ਜੋ ਸ਼੍ਰੀ ਹਰਮੰਦਰ ਸਾਹਿਬ ਵਿੱਚ ਹੋਇਆ, ਮੁਲਜ਼ਮ ਦਾ ਕੋਈ ਵੀ ਕਿਤੇ ਵੀ ਫਿੰਗਰਪ੍ਰਿੰਟ ਕਿਸੇ ਆਧਾਰ ਕਾਰਡ ਡੇਟਾਬੇਸ ਵਿੱਚ ਹੈ ਹੀ ਨਹੀਂ, ਤੇ ਫਿਰ ਫਾਇਦਾ ਕੀ ਹੈ ਜੀ ਇਸ ਆਧਾਰ ਕਾਰਡ ਦਾ? ਇਹ ਪ੍ਰੋਗਰਾਮ ਕਿੰਨਾ ਕੁ ਸਕਸੈਸਫੁਲ ਹੈ? ਇਹ ਬਹੁਤ ਵੱਡਾ ਇਸ਼ੂ ਬਣਿਆ ਜੀ ਜਿਹੜਾ ਹਰਮੰਦਰ ਸਾਹਿਬ ਜਿਹੜੀ ਘਟਨਾ ਵਾਪਰੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹਦੇ ਫਿੰਗਰਪ੍ਰਿੰਟ ਵੀ ਜਿਹੜੇ ਉਹਨਾਂ ਨੇ ਮੈਚ ਕਰਕੇ ਦੇਖੇ ਨੇ ਜੀ, ਯਤਨ ਕੀਤਾ, ਪਰ ਉਹ ਕਹਿੰਦੇ ਵੀ ਉਹਦੇ ਤੋਂ ਵੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋਈ। ਬਾਕੀ ਜਿਹੜਾ ਆਧਾਰ ਹੈ, ਆਧਾਰ ਵਾਸੋ ਜੀ ਇੱਕ ਤੇ ਉਹਦੇ ਕੋਲੋਂ ਕੋਈ ਡਾਕੂਮੈਂਟ ਮਿਲਿਆ ਹੀ ਨਹੀਂਗਾ, ਪਰ ਦੂਸਰੀ ਗੱਲ ਇਹ ਹੈ ਵੀ ਆਧਾਰ ਜਿਹੜਾ ਆ ਉਹਦੇ ਕੋਲੋਂ ਨਾਮ ਮਿਲਣਾ, ਉਹਦੇ ਵੱਲੋਂ ਬਣਾਇਆ ਜਾਣਾ, ਨਾਮ ਬਣਾਇਆ ਜਾਣਾ, ਇਹ ਬਹੁਤ ਵੱਡਾ ਸਵਾਲ ਹੈ। ਪਰ ਕਈ ਵਾਰੀ ਇਦਾਂ ਦੇ ਇਸ਼ੂ ਬਹੁਤ ਸਾਹਮਣੇ ਆਏ ਵੀ ਆਧਾਰ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਪਰਪੱਕ ਹੈ ਵੀ ਕਿਸੇ ਬੰਦੇ ਦੀ ਵੀ ਪਛਾਣ ਹੋ ਸਕਦੀ। ਇਹਦੇ ਤੇ ਕਈ ਸਵਾਲ ਪਹਿਲਾਂ ਵੀ ਉੱਠ ਚੁੱਕੇ ਨੇ ਜੀ। ਤੇ ਤਰਲੋਚਨ ਸਿੰਘ ਜੀ, ਅੱਜ ਦੀਆਂ ਨਿਕੜੀਆਂ ਖਬਰਾਂ ਕਿਹੜੀਆਂ ਨੇ? ਬਸ ਜੀ, ਹਾਈ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਜਿਹੜੇ ਸੰਜੀਵ ਬਿੱਟੂ ਨੇ, ਉਹਨਾਂ ਨੂੰ ਮੁੜ ਪਟਿਆਲੇ ਦੇ ਨਗਰ ਨਿਗਮ ਦਾ ਜਿਹੜਾ ਆ ਚੇਅਰਮੈਨ ਮੇਅਰ ਬਰਕਰਾਰ ਰੱਖਣ ਦਾ ਜਿਹੜਾ ਵੱਡਾ ਫੈਸਲਾ ਦਿੱਤਾ, ਜਿਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਬਲ ਮਿਲਿਆ ਜੀ। ਸੰਜੀਵ ਬਿੱਟੂ ਨੇ ਮੁੜ ਪਟਿਆਲੇ ਦੇ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਵਿੱਚ ਆਪਣੀ ਨਵੀਂ ਜਿਹੜੀ ਪੰਜਾਬ ਲੋਕ ਕਾਂਗਰਸ ਪਾਰਟੀ ਹੈ ਉਹਦੇ ਵੱਲੋਂ ਰੈਲੀ ਕਰ ਰਹੇ ਨੇ ਜੀ। ਇਸੇ ਤਰ੍ਹਾਂ ਬਲਬੀਰ ਰਾਜੇਵਾਲ ਨੇ ਸਪਸ਼ਟ ਕਰ ਦਿੱਤਾ ਵੀ ਹੁਣ ਕਿਸਾਨ ਮੋਰਚਾ ਖਤਮ ਹੋ ਗਿਆ, ਹੁਣ ਪੰਜਾਬ ਵਿੱਚ ਭਾਜਪਾ ਸਮੇਤ ਕਿਸੇ ਵੀ ਪਾਰਟੀ ਦਾ ਕਿਸਾਨ ਵਿਰੋਧ ਨਹੀਂ ਕਰਨਗੇ। ਉਹਨਾਂ ਨੇ ਬੜਾ ਸਪਸ਼ਟ ਕਿਹਾ ਵੀ ਸਾਡੀ ਲੜਾਈ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਨਾਲ ਨਹੀਂ ਸੀ, ਸਾਡੀ ਲੜਾਈ ਸਿਸਟਮ ਨਾਲ ਸੀ ਔਰ ਖੇਤੀ ਕਾਨੂੰਨ ਅਸੀਂ ਵਾਪਸ ਕਰਾ ਲਏ ਆ, ਇਸ ਲਈ ਅਸੀਂ ਹੁਣ ਭਾਜਪਾ ਦਾ ਪੰਜਾਬ ਵਿੱਚ ਵਿਰੋਧ ਨਹੀਂ ਕਰਾਂਗੇ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਵੱਡੀ ਜਾਣਕਾਰੀ ਦਿੱਤੀ ਹੈ ਵੀ ਉਹਨਾਂ ਸਰਕਾਰ ਨੇ ਵਿਜੇ ਮਾਲੀਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਵਰਗੇ ਜਿਹੜੇ ਭਗੌੜੇ ਸੀ, ਵੱਡੇ ਢਨਾੜ ਸੀ, ਉਹਨਾਂ ਦੀਆਂ ਜਾਇਦਾਦਾਂ ਵੇਚ ਕੇ 13,109 ਕਰੋੜ ਰੁਪਏ ਜਿਹੜੇ ਵਸੂਲੇ ਨੇ ਜੀ। ਔਰ ਇੱਕ ਚਰਨਜੀਤ ਚੰਨੀ ਹੁਣਾਂ ਨੇ ਐਲਾਨ ਕੀਤਾ ਸੀ 19 ਨਵੰਬਰ ਨੂੰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਤੇ ਗਾਇਕ ਸੁਖਵਿੰਦਰ ਨੂੰ ਰਾਜ ਗਾਇਕ ਦਾ ਦਰਜਾ ਦੇ ਕੇ ਇਹਨਾਂ ਦੋਵਾਂ ਨੂੰ ਕੈਬਨਿਟ ਰੈਂਕ ਦੇਣ ਦੀ ਗੱਲ ਕਹੀ ਸੀ, ਪਰ 1 ਮਹੀਨੇ ਬਾਅਦ ਇਹ ਐਲਾਨ ਹੀ ਰਹਿ ਗਿਆ ਜੀ। ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ ਜੀ। ਬਸ ਤਰਲੋਚਨ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਸ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।